ਅੰਮ੍ਰਿਤਸਰ ਦੇ ਵਿੱਚ ਆ ਦੋ ਜਿਹੜੇ ਲੋ ਇੰਟੈਂਸਿਟੀ ਐਕਸਪਲੋਜ਼ਨਸ ਹੋਏ ਹੈਗੇ। ਇੱਕ ਸੈਟਰਡੇ ਰਾਤੀ 11:30 ਦੇ ਕਰੀਬ, ਇੱਕ ਅੱਜ ਸੋਮਵਾਰ ਸਵੇਰੇ 6:15 ਵਜੇ। ਕਿ ਸਟੇਟ ਦਾ ਮਾਹੌਲ ਵਿਗਾੜਨ ਲਈ, ਇਸ ਤਰ੍ਹਾਂ ਦਾ ਪ੍ਰਭਾਵ ਦੇਣ ਲਈ ਸੋ ਅਸੀਂ ਡੀਪਲੀ ਇਨਵੈਸਟੀਗੇਟ ਕਰਾਂਗੇ ਸਾਰੇ ਐਂਗਲ। ਸਾਡੇ ਕੋਲ 5 ਮਈ ਸੈਟਰਡੇ ਤੋਂ ਲੈ ਕੇ ਅੱਜ ਸਵੇਰ ਤੱਕ ਇੱਥੇ ਜਿਹੜੀ ਹੈਰੀਟੇਜ ਸਟਰੀਟ ਹੈ, ਇੱਥੇ 2 ਲੋ ਇੰਟੈਂਸਿਟੀ ਬਲਾਸਟ ਹੋਏ ਹੈ। ਪ੍ਰਾਈਮਾ ਫੇਸੀ ਇਹ ਜਾਪਦਾ ਹੈਗਾ ਕਿ ਕਿਸੇ ਦੇਸੀ ਮਟੀਰੀਅਲ ਨੂੰ ਤਿਆਰ ਕਰਕੇ ਇੱਕ ਬੰਬ ਬਣਾਇਆ ਗਿਆ ਹੈਗਾ, ਛੋਟਾ ਬੰਬ ਬਣਾਇਆ ਗਿਆ ਜਿਹਨੂੰ ਐਕਸਪਲੋਡ ਕੀਤਾ ਗਿਆ। ਅੰਮ੍ਰਿਤਸਰ ਦੇ ਵਿੱਚ ਆ ਦੋ ਜਿਹੜੇ ਲੋ ਇੰਟੈਂਸਿਟੀ ਐਕਸਪਲੋਜ਼ਨਸ ਹੋਏ ਹੈਗੇ। ਇੱਕ ਸੈਟਰਡੇ ਰਾਤੀ 11:30 ਦੇ ਕਰੀਬ, ਇੱਕ ਅੱਜ ਸੋਮਵਾਰ ਸਵੇਰੇ 6:15 ਵਜੇ। ਤੇ ਇਸ ਦੇ ਵਿੱਚ ਜਿਹੜੀ ਪ੍ਰੀਲਿਮਿਨਰੀ ਇੰਟਰੋਗੇਸ਼ਨ, ਜਿਹੜੀ ਇਨਵੈਸਟੀਗੇਸ਼ਨ ਹੋਈ ਹੈ, ਉਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਲੋ ਇੰਟੈਂਸਿਟੀ ਐਕਸਪਲੋਜ਼ਨਸ ਸੀਗੇ ਜਿਹੜੇ ਉੱਪਰ ਜਿਹੜੀ ਹੈਰੀਟੇਜ ਸਟੇਜ ਜਿੱਥੇ ਅਸੀਂ ਖੜੇ ਹੈਰੀਟੇਜ ਸਟਰੀਟ ਦੇ ਵਿੱਚ, ਇੱਥੇ ਲੋ ਇੰਟੈਂਸਿਟੀ ਐਕਸਪਲੋਜ਼ਨਸ ਹੋਏ ਹੈਗੇ। ਸੋ ਅਸੀਂ ਇਸ ਦੀ ਸਾਇੰਟੀਫਿਕਲੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਸਾਡੀ ਫੋਰੈਂਸਿਕ ਟੀਮ ਇੱਥੇ ਮੌਕੇ ਤੇ ਹੈਗੀ ਤੇ ਕੋਈ ਵੀ ਸਾਨੂੰ ਟ੍ਰਿਗਰਿੰਗ ਮੈਕੈਨਿਜ਼ਮ ਜਾਂ ਡੈਟੋਨੇਟਰ ਨਹੀਂ ਮਿਲਿਆ ਹੈਗਾ ਮੌਕੇ ਤੇ ਜਿਸ ਤੋਂ ਇੰਜ ਜਾਪਦਾ ਹੈਗਾ ਕਿ ਕਿਸੇ ਕੰਟੇਨਰ ਦੇ ਵਿੱਚ ਐਕਸਪਲੋਸਿਵ ਮਟੀਰੀਅਲ ਰੱਖ ਕੇ ਜਿਹੜਾ ਹੈਗਾ ਉਹ ਐਕਸਪਲੋਜਨ ਕੀਤਾ ਗਿਆ ਹੈ। ਐਬਸੈਂਸ ਆਫ ਟ੍ਰਿਗਰਿੰਗ ਮੈਕੈਨਿਜ਼ਮ ਮੀਨਸ ਦੈਟ ਇਟ ਇਜ਼ ਅ ਕਰੂਡ ਕਾਈਂਡ ਆਫ ਅ ਡਿਵਾਈਸ। ਅਸੀਂ ਇਸ ਨੂੰ ਪੂਰੇ ਡੀਪਲੀ ਇਨਵੈਸਟੀਗੇਟ ਕਰਾਂਗੇ। ਅਸੀਂ ਕੋਈ ਐਂਗਲਸ ਰੂਲ ਆਊਟ ਨਹੀਂ ਕਰ ਰਹੇ ਹੈਗੇ। ਪ੍ਰੀਲਿਮਿਨਰੀ ਇਹ 2-3 ਗੱਲਾਂ ਮੈਂ ਕਹਿਣਾ ਚਾਹਾਂਗਾ ਕਿ ਇਹ ਕਿਸੇ ਦੀ ਮਿਸਚਿਫ ਹੈਗੀ। ਇਟ ਇਜ਼ ਟੂ अर्ਲੀ ਟੂ ਸੇ ਕਿ ਇਟ ਇਜ਼ ਮਿਸਚਿਫ ਜਾਂ ਇਟ ਇਜ਼ ਟੈਰਰ ਐਂਗਲ ਜਾਂ ਕਿਸੇ ਦਾ ਪਰਸਨਲ ਐਂਗਲ ਹੈ। ਸੋ ਅਸੀਂ ਕੋਈ ਵੀ ਐਂਗਲ ਰੂਲ ਆਊਟ ਨਹੀਂ ਕਰਾਂਗੇ। ਅਸੀਂ ਸਾਰੇ ਐਂਗਲਸ ਤੋਂ ਡੀਪਲੀ ਇਨਵੈਸਟੀਗੇਟ ਕਰਾਂਗੇ। ਐਕਸਪਲੋਸਿਵਸ ਆਰ ਵੈਰੀ ਕਰੂਡਲੀ ਅਸੈਂਬਲਡ। ਜਿਹੜੀ ਡਿਵਾਈਸ ਹੈਗੀ, ਟ੍ਰਿਗਰਿੰਗ ਮੈਕੈਨਿਜ਼ਮ ਕੋਈ ਨਹੀਂ ਮਿਲਿਆ ਹੈ, ਡੈਟੋਨੇਟਰ ਕੋਈ ਨਹੀਂ ਮਿਲਿਆ ਹੈ। ਸੋ ਇਸ ਦੇ ਨਾਲ ਹੀ ਮੈਂ 2-3 ਗੱਲਾਂ ਜਿਹੜੀਆਂ ਕਹਾਂਗਾ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਸક્ષਮ ਹੈ। ਤੁਸੀਂ ਜਿਵੇਂ ਇੱਥੇ ਖੜੇ ਹੋ, ਆਵਾਜਾਈ ਲੋਕਾਂ ਦੀ ਜਿਹੜੀ ਹੈਗੀ, ਐਵਰੀਥਿੰਗ ਇਜ਼ ਨਾਰਮਲ। ਸੋ ਮੈਂ ਲੋਕਾਂ ਨੂੰ ਅਸ਼ੋਰ ਕਰਦਾ ਹਾਂ ਕਿ ਅਸੀਂ ਪੀਸ, ਹਾਰਮਨੀ, ਲਾਅ ਐਂਡ ਆਰਡਰ ਬਣਾ ਕੇ ਰੱਖਾਂਗੇ। ਨੰਬਰ 2, ਫੇਕ ਰਿਊਮਰਸ ਦੇ ਵਿੱਚ ਕਈ ਵਾਰੀ ਲੋਕੀ ਗਲਤ ਗੱਲਾਂ ਕਹਿੰਦੇ ਆ। ਸਾਡਾ ਫੈਕਟ ਚੈੱਕ ਕਰੋ, ਸਾਡੇ ਸੋਸ਼ਲ ਮੀਡੀਆ ਹੈਂਡਲਸ ਹੈ, ਅਸੀਂ ਆਫੀਸ਼ੀਅਲੀ ਰਿਲੀਜ਼ ਕਰਾਂਗੇ। ਥਰਡਲੀ ਵਾਈਟ ਪਾਊਡਰ ਬਰਾਮਦ ਹੋਇਆ ਸੀਗਾ ਥੋੜਾ ਜਿਹਾ। ਦੇਖੋ ਜੀ, ਆਈਈਡੀ ਤੇ ਕੋਈ ਵੀ, ਜਿਵੇਂ ਮੈਂ ਕਿਹਾ, ਜਿਹੜਾ ਕਰੂਡ ਐਕਸਪਲੋਜਨ ਹੈ ਜੀ। ਸੋ ਬੇਸਿਕਲੀ ਆਈਈਡੀ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ। ਸੋ ਐਨੀਥਿੰਗ which causes an explosion is an IED. So we are looking into it ਕਿ ਇਹ ਕਿਸੇ ਸ਼ਰਾਰਤੀ ਬੰਦੇ ਦੀ ਮਿਸਚਿਫ ਹੈਗੀ ਜਾਂ ਇਹ ਕੋਈ ਆਰਗੇਨਾਈਜ਼ਡ ਅਟੈਂਪਟ ਹੈ, ਕਿਸੇ ਦਾ ਕੋਈ ਮੋਡਿਊਲ ਹੈਗਾ। ਇਸ ਦੀ ਟਾਈਮਿੰਗ ਜਿਹੜੀ ਹੈਗੀ ਉਸ ਦੀ ਕੀ ਸਿਗਨੀਫਿਕੈਂਸ ਹੈ। ਸੋ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਟੈਕਨੀਕਲੀ CCTV ਫੁਟੇਜ ਲੈ ਕੇ, ਟੈਕਨੀਕਲ ਮੀਨਸ ਤੋਂ ਜਿਹੜੇ ਵੀ ਸਾਨੂੰ ਇੱਥੇ ਮੌਕੇ ਤੇ ਲੋਕ ਸੀਗੇ, ਸਾਰਿਆਂ ਨੂੰ ਇਨਵੈਸਟੀਗੇਸ਼ਨ 'ਚ ਜੁਆਇਨ ਕਰਾ ਕੇ ਅਸੀਂ ਇਸ ਨੂੰ ਥ੍ਰੈਡਬੇਅਰ ਕਰਾਂਗੇ ਕਿ ਇਹ ਕਿਵੇਂ ਹੋਈ ਗੱਲ। ਦਿਸ ਇਜ਼ ਦੀ ਦੇਖੋ, ਵਨ ਪਰਸਨ ਹੈਜ਼ ਰਿਸੀਵਡ ਮਾਈਨਰ ਇੰਜਰੀਜ਼ ਟੁਡੇ ਤੇ ਇੱਕ ਮਾਈਨਰ ਇੰਜਰੀਜ਼ ਪਰਸੋਂ ਵੀ ਰਿਸੀਵ ਹੋਈਆਂ ਸੀ। ਐਜ਼ ਆਈ ਸੈਡ ਕਿ ਇਹ ਬਹੁਤ ਲੋ ਇੰਟੈਂਸਿਟੀ ਐਕਸਪਲੋਸਿਵ ਸੀਗਾ। ਮੇਰੀ ਇੱਥੇ ਜਿਹੜੀ ਪ੍ਰੈਜ਼ੈਂਸ ਹੈਗੀ, ਮੈਂ 2 ਚੀਜ਼ਾਂ ਕਰਕੇ ਇੱਥੇ ਆਇਆ। ਇੱਕ ਤੇ ਲੋਕਾਂ ਨੂੰ ਅਸ਼ੋਰ ਕਰਨ ਲਈ ਕਿ ਪੰਜਾਬ ਪੁਲਿਸ ਇਜ਼ ਦੇਅਰ ਟੂ ਕੀਪ ਦਾ ਸਟੇਟ ਸਿਕਿਉਰ ਐਂਡ ਸੇਫ। ਦੂਜਾ, ਕਿਸੇ ਵੀ ਪੈਨਿਕ ਦੀ ਲੋੜ ਨਹੀਂ ਹੈਗੀ। ਸੋ ਇਸ ਤੋਂ ਇੰਜ ਜਾਪਦਾ ਹੈ, ਹੁਣ ਸਪੈਕੂਲੇਟਿਵ ਹੈ। ਜੇ ਮੈਂ ਇਹ ਕਹਿੰਦਾ ਵੀ ਤੁਸੀਂ ਯੂ ਵਿਲ ਲਾਈਕ ਟੂ ਪੁੱਟ ਵਰਡਸ ਇਨਟੂ ਮਾਈ ਮਾਊਥ ਕਿ ਪੋਟੈਸ਼ੀਅਮ ਜਿਹੜਾ ਉਹ ਕਲੋਰੇਟ ਤੇ ਉਹ ਸਲਫਰ ਹੁੰਦਾ ਹੈ, ਸੋ ਮੈਂ ਇਹ ਨਹੀਂ ਕਹਾਂਗਾ ਬਿਕੋਜ਼ ਵੀ ਆਰ ਨਾਟ ਸ਼ੋਰ। ਵੀ ਵਿਲ ਗੋ ਬਾਈ ਦੀ ਸਾਇੰਟੀਫਿਕ। ਹੁਣ ਇਟ ਇਜ਼ ਆਲਦੋ ਰੈਗੂਲੇਟਡ ਹੈ, ਬਟ ਇਸ ਤਰ੍ਹਾਂ ਦੇ ਸਬਸਟੈਂਸਸ ਬਹੁਤ ਈਜ਼ੀਲੀ ਵੀ ਅਵੇਲੇਬਲ ਹੈ ਮਾਰਕੀਟ ਦੇ ਵਿੱਚ। ਦੇਅਰਫੋਰ ਅਸੀਂ ਇਸ ਨੂੰ ਸਾਰੇ ਐਂਗਲਸ ਤੋਂ ਦੇਖਾਂਗੇ ਕਿ ਲੋਕਲੀ ਪ੍ਰੋਕਿਓਰਡ ਕਿਸੇ ਮਿਸਚਿਫ ਮੇਕਰ ਦੀ ਇਹ ਹਰਕਤ ਤੇ ਨਹੀਂ ਹੈਗੀ ਕਿ ਸਟੇਟ ਦਾ ਮਾਹੌਲ ਵਿਗਾੜਨ ਲਈ, ਇਸ ਤਰ੍ਹਾਂ ਦਾ ਪ੍ਰਭਾਵ ਦੇਣ ਲਈ। ਸੋ ਅਸੀਂ ਡੀਪਲੀ ਇਨਵੈਸਟੀਗੇਟ ਕਰਾਂਗੇ, ਸਾਰੇ ਐਂਗਲਸ ਦੇਖਾਂਗੇ। ਟੈਕਨੀਕ ਕਿਹੜੀ ਵਰਤੀ ਗਈ ਸੀ? ਦੇਖੋ ਜੀ, ਉੱਪਰ ਜਿਵੇਂ ਹੈਰੀਟੇਜ ਜਿਹੜਾ ਪਾਰਕਿੰਗ ਹੈਗੀ, ਇਹਦੇ ਉੱਪਰ ਜਿਹੜਾ ਹੈਗਾ, ਜਿਹੜਾ ਸਾਰਾਗੜੀ ਸਟਰੀਟ ਜਿੱਥੇ ਅਸੀਂ ਖੜੇ ਹੈਗੇ, ਇੱਥੇ ਉੱਪਰ ਕੰਟੇਨਰ ਦੇ ਵਿੱਚ ਜਿਹੜਾ ਹੈਗਾ ਐਕਸਪਲੋਸਿਵ ਰੱਖ ਕੇ ਇੱਕ ਥ੍ਰੈਡ ਜਿਹੜਾ ਹੈਗਾ ਥੱਲੇ ਲਟਕ ਰਿਹਾ ਸੀਗਾ। ਸੋ ਆਈਦਰ ਸਮ ਪਾਸਰ ਬਾਈ ਹੈਜ਼ ਐਕਸੀਡੈਂਟਲੀ, ਜਿਵੇਂ CCTV ਫੁਟੇਜ ਇਸੀ ਕਰਕੇ ਅਸੀਂ ਡੀਪਲੀ ਦੇਖ ਰਹੇ ਹੈਗੇ ਕਿ ਉਹ ਕਿਸੇ ਨੇ ਖਿੱਚਤਾ। ਸੋ ਉਹ ਡਿਵਾਈਸ ਜਿਹੜੀ ਹੈਗੀ ਉੱਪਰੋਂ ਥੱਲੇ ਡਿੱਗ ਪਈ ਤੇ ਇੱਕ ਐਕਸਪਲੋਜਨ ਹੋ ਗਿਆ। ਆਵਾਜ਼ ਕਾਫੀ ਹੋਈ, ਪਰ ਅਦਰਵਾਈਜ਼ ਦੇਰ ਵੇਰ ਨੋ ਸ਼ਾਰਪਨਰਸ, ਜਿਹੜੇ ਵਿੱਚ ਸ਼ਾਰਪਨਰ ਕੋਈ ਵੀ ਨਹੀਂ ਸੀਗੇ ਤੇ ਇੰਜਰੀ ਬਹੁਤ ਮਾਈਨਰ ਹੋਈ ਹੈ। ਬਟ ਯੈਸ, ਲਾਊਡ ਨੋਇਸ ਵਾਸ ਦੇਅਰ। ਸਰ, ਜਦੋਂ ਸੈਕੰਡ ਬਲਾਸਟ ਹੋਇਆ ਤਾਂ ਡਿਪਲੋਇਮੈਂਟ ਨਹੀਂ ਸੀ ਇੱਥੇ?
ਸੀਪੀ ਸਾਹਿਬ ਤੁਹਾਨੂੰ ਡਿਟੇਲ 'ਚ ਬਰੀਫ ਕਰ ਦਾਂਗੇ। ਅਸੀਂ ਸਾਰੇ ਐਸਪੈਕਟਸ ਨੂੰ ਦੇਖਾਂਗੇ, ਕੇਸ ਨੂੰ ਟਰੇਸ ਕਰਾਂਗੇ। ਫੇਕ ਰਿਊਮਰਸ ਤੇ ਨਾ ਜਾਓ, ਇਹ ਕਿਸੇ ਦੀ ਮਿਸਚੀਫ ਹੋ ਸਕਦੀ ਹੈ। ਅਸੀਂ ਪੰਜਾਬ ਦੇ ਵਿੱਚ ਪੀਸ ਤੇ ਹਾਰਮਨੀ ਨੂੰ ਡਿਸਟਰਬ ਨਹੀਂ ਹੋਣ ਦੇਵਾਂਗੇ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੈਗੇ ਹੋ, ਸਾਡੇ ਕੋਲ 5 ਮਈ ਸੈਟਰਡੇ ਤੋਂ ਲੈ ਕੇ ਅੱਜ ਸਵੇਰ ਤੱਕ ਇੱਥੇ ਜਿਹੜੀ ਹੈਰੀਟੇਜ ਸਟਰੀਟ ਹੈ, ਇੱਥੇ 2 ਲੋ ਇੰਟੈਂਸਿਟੀ ਬਲਾਸਟ ਹੋਏ ਹੈ। ਪ੍ਰਾਈਮਾ ਫੇਸੀ ਇਹ ਜਾਪਦਾ ਹੈਗਾ ਕਿ ਕਿਸੇ ਦੇਸੀ ਮਟੀਰੀਅਲ ਨੂੰ ਤਿਆਰ ਕਰਕੇ ਇੱਕ ਬੰਬ ਬਣਾਇਆ ਗਿਆ ਹੈਗਾ, ਛੋਟਾ ਬੰਬ ਬਣਾਇਆ ਗਿਆ ਜਿਹਨੂੰ ਐਕਸਪਲੋਡ ਕੀਤਾ ਗਿਆ। ਇਹਦੇ ਨਾਲ ਕੋਈ ਜਾਨੋ ਮਾਲ ਦਾ ਨੁਕਸਾਨ ਨਹੀਂ ਹੋਇਆ ਹੈਗਾ। ਇਹ ਜਾਪਦਾ ਹੈਗਾ ਕਿ ਇਹ ਲੋਕਲ ਪ੍ਰੈਪਰੇਸ਼ਨ ਹੈ, ਕਿਉਂਕਿ ਸਾਨੂੰ ਕੋਈ ਟੈਕਨੀਕਲ ਡੈਟੋਨੇਟਰ ਜਾਂ ਕੋਈ ਇਹੋ ਜਿਹੀ ਚੀਜ਼ ਨਹੀਂ ਮਿਲੀ ਜਿਸ ਤੋਂ ਇਹ ਸਾਬਿਤ ਹੋਵੇ ਕਿ ਕੋਈ ਬਹੁਤ ਟੈਕਨੀਕਲੀ ਐਡਵਾਂਸ ਡਿਵਾਈਸ ਹੈ। ਦੋਨੋਂ ਜਿਹੜੇ ਹੈਗੇ ਜਿਹੜੀ ਪ੍ਰੀਲਿਮਿਨਰੀ FSL ਰਿਪੋਰਟਸ ਹੈ ਉਸ ਤੋਂ ਇਹ ਜਾਪਦਾ ਉਹ ਦੱਸਿਆ ਗਿਆ ਹੈਗਾ ਕਿ ਇਹ ਲੋ ਇੰਟੈਂਸਿਟੀ ਐਕਸਪਲੋਸਿਵ ਦਾ ਕੰਮ ਹੈਗਾ। ਇਸ ਸੰਬੰਧੀ ਸਾਡੀ ਇਨਵੈਸਟੀਗੇਸ਼ਨ ਔਨ ਹੈ। ਸਾਡੇ ਵੱਲੋਂ ਥਾਣੇ ਵਿੱਚ ਕੇਸ ਰਜਿਸਟਰ ਕਰ ਲਿਆ ਗਿਆ ਕੋਤਵਾਲੀ 'ਚ, ਤੇ ਹੁਣ ਇਸ ਤੇ ਇਨਵੈਸਟੀਗੇਸ਼ਨ ਔਨ ਹੈ। ਦੇਖੋ ਜੀ, ਇਹ ਬੜਾ ਸੈਂਸਿਟਿਵ ਮਸਲਾ ਹੈਗਾ। ਇਹਦੇ ਵਿੱਚ ਕਈ ਇਹੋ ਜਿਹੀਆਂ ਚੀਜ਼ਾਂ ਸਾਡੇ ਧਿਆਨ ਵਿੱਚ ਹੈਗੀਆਂ। ਜਦ ਤੱਕ ਇਸ ਚੀਜ਼ ਦਾ ਫਾਈਨਲ ਕੋਈ ਕਨਕਲੂਜਨ ਸਾਹਮਣੇ ਨਹੀਂ ਆ ਜਾਂਦਾ ਜਾਂ ਸਾਡੇ ਕੋਲ ਕੋਈ ਸਪਸ਼ਟ ਨਤੀਜਾ ਨਹੀਂ ਆ ਸਕਦਾ, ਮੈਂ ਕੁਝ ਵੀ ਨਹੀਂ ਕਹਿ ਸਕਾਂਗਾ। ਬਟ ਯੈਸ, ਮੈਂ ਇਸ ਗੱਲ ਦਾ ਯਕੀਨ ਦਿਵਾਉਣਾ ਹੈ ਕਿ ਇਸ ਮੁਤਲਕਾ ਜੋ ਵੀ ਪਹਿਲੂ ਹੋ ਸਕਦੇ ਆ, ਸੰਭਾਵਿਤ ਪਹਿਲੂ, ਉਹਨਾਂ ਸਾਰਿਆਂ ਤੇ ਸਾਡੇ ਵੱਲੋਂ ਤਹਿਕੀਕਾਤ ਕੀਤੀ ਜਾ ਰਹੀ ਹੈ। ਟੈਰਰ ਐਂਗਲ ਹੈ ਕਿ ਨਹੀਂ ਹੈ, ਸਭ ਤੋਂ ਪਹਿਲਾਂ ਦੇਖੋ, ਮੈਂ ਇਹ ਕਹਿਣਾ ਚਾਹੂੰਗਾ ਕਿ ਜਿਵੇਂ ਮੈਂ ਸ਼ੁਰੂ ਦੱਸਿਆ, ਇਹ ਲੋ ਇੰਟੈਂਸਿਟੀ ਐਕਸਪਲੋਸਿਵ ਹੈ। ਲੋ ਇੰਟੈਂਸਿਟੀ ਐਕਸਪਲੋਸਿਵ ਮਤਲਬ ਇਹ ਹੁੰਦਾ ਹੈ ਕਿ ਇਹਦੇ ਵਿੱਚ ਜਿਹੜਾ ਕੋਈ ਘਰੇਲੂ ਸਮਾਨ ਹੁੰਦਾ ਹੈ, ਜਿਵੇਂ ਕੋਈ ਨਾਈਟ੍ਰੇਟ ਹੋ ਗਿਆ, ਕੋਈ ਫਾਸਫੇਟ ਹੋ ਗਿਆ, ਜਾਂ ਜਿਵੇਂ ਪਟਾਕਿਆਂ 'ਚ ਪੈਣ ਵਾਲਾ ਸਮਾਨ ਹੈ, ਉਸ ਟਾਈਪ ਦਾ ਸਮਾਨ ਵੀ ਵਰਤਿਆ ਗਿਆ ਹੋ ਸਕਦਾ ਹੈ। ਆਮ ਤੌਰ ਤੇ ਇਸ ਤਰੀਕੇ ਦਾ ਜਿਹੜਾ ਹੁੰਦਾ ਹੈ ਸਮਾਨ, ਉਹ ਦਹਿਸ਼ਤਗਰਦੀ 'ਚ ਘੱਟ ਦੇਖਿਆ ਗਿਆ ਹੈਗਾ, ਤੇ ਕੋਈ ਨਾ ਕੋਈ ਜੋ ਲੋਕ ਸ਼ੈਤਾਨੀ ਕਰਦੇ ਆ ਜਾਂ ਕੋਈ ਇਸ ਤਰੀਕੇ ਦੀ ਕੋਈ ਗੜਬੜ ਕਰਦੇ ਆ, ਉਹਨਾਂ ਨਾਲ ਸੰਬੰਧਿਤ ਪਾਇਆ ਜਾਂਦਾ ਹੈ। ਸਰ, ਪਹਿਲੇ ਤੋਂ ਬਾਅਦ ਦੂਸਰਾ ਧਮਾਕਾ ਹੁੰਦਾ, ਉਹ ਕਿਸ ਤਰ੍ਹਾਂ ਦੇਖਦੇ ਹੋ? ਘਟਨਾ ਹੋਈ ਉਸ ਤੋਂ ਬਾਅਦ ਇਹ ਘਟਨਾ ਵਿੱਚ ਦੂਜਾ ਧਮਾਕਾ ਹੋਇਆ। ਹਾਂ, ਇਹ ਬਹੁਤ ਮੰਦਭਾਗੀ ਗੱਲ ਹੈ, ਤੇ ਇਹਦੇ ਮੱਦੇਨਜ਼ਰ ਹੁਣ ਸ਼ਹਿਰ ਵਿੱਚ ਤੇ ਇਸ ਇਲਾਕੇ 'ਚ ਸਾਡੀ ਜਿਹੜੀ ਪੁਲਿਸ ਦੀ ਮੁਸਤੈਦੀ ਹੈ ਉਹ ਹੋਰ ਵਧਾਈ ਗਈ। ਪਰ ਸਰ, ਚਸ਼ਮਦੀਦ ਗਵਾਹ ਇਹ ਕਹਿੰਦੇ ਕਿ ਜਿਹੜਾ ਦੂਸਰਾ ਧਮਾਕਾ ਹੋਇਆ ਉਸ ਵੇਲੇ ਇੱਥੇ ਪੁਲਿਸ ਦੀ ਕੋਈ ਡਿਪਲੋਇਮੈਂਟ ਨਹੀਂ ਸੀ। ਇਨਫੈਕਟ ਜਿਹੜੇ ਚਸ਼ਮੇ ਉਹਨਾਂ ਨੇ ਸਾਨੂੰ ਦੱਸਿਆ ਸੀ, ਇਸ ਵੇਲੇ ਧਮਾਕਾ ਹੋਇਆ, ਇਹਦੇ ਧਮਾਕੇ ਵਾਲੇ ਦੇ ਬਹੁਤ ਨੇੜੇ ਹੀ ਸਾਡੀ ਪੁਲਿਸ ਦੀ ਪ੍ਰੈਜ਼ੈਂਸ ਵੀ ਸੀਗੀ, ਤੇ ਜਿਹੜਾ ਇਸ ਏਰੀਆ ਵਿੱਚ ਸਿਵਲ ਸਿਕਿਉਰਿਟੀ ਜਿਹੜੀ ਹੈ ਉਹਦਾ ਚੌਕੀਦਾਰ ਵੀ ਮੌਜੂਦ ਸੀ। ਪੁਲਿਸ ਦੇ ਸਾਹਮਣੇ ਵੀ ਅਜਿਹਾ ਹੋਣਾ ਕਿਤੇ ਨਾ ਕਿਤੇ ਨੈਗਲੈਂਸ ਸ਼ੋ ਕਰਦਾ। ਇੱਕ ਏਡੇ ਵੱਡੇ ਸ਼ਹਿਰ ਵਿੱਚ ਏਡੇ ਵੱਡੇ, ਤੁਸੀਂ ਸਾਰੇ ਜਾਣੋ ਕਿ ਇੱਥੇ ਕਿੰਨਾ ਵੱਡਾ ਕੱਟ ਤੇ ਕਿੰਨੀ ਜ਼ਿਆਦਾ ਆਵਾਜਾਈ ਹੁੰਦੀ ਹੈ। ਇਹਦੇ ਵਿੱਚ ਜਿਹੜੇ ਬੰਦੇ ਦੀ ਜੋ ਮੰਦ ਭਾਵਨਾ ਨਾਲ ਐਕਟ ਕਰਨਾ ਹੁੰਦਾ ਹੈ, ਉਹਦੇ ਵਾਸਤੇ ਇਹ ਸੰਭਾਵਨਾ ਵੱਧ ਜਾਂਦੀ ਹੈ। ਜਿਵੇਂ ਜਿਹੜੀ ਇਸੇ ਗੱਲ ਨੂੰ ਮੈਂ ਮੱਦੇਨਜ਼ਰ ਰੱਖਦੇ ਹੋਏ ਤੁਹਾਨੂੰ ਦੱਸਿਆ ਸੀਗਾ ਕਿ ਸਾਡੇ ਵੱਲੋਂ ਹੁਣ ਹੋਰ ਜ਼ਿਆਦਾ ਚੌਕਸੀ ਤੇ ਮੁਸਤੈਦੀ ਵਧਾਈ ਜਾ ਰਹੀ ਹੈ ਕਿ ਇਹੋ ਜਿਹੇ ਅਨਸਰਾਂ ਵਾਸਤੇ ਇਹੋ ਜਿਹੇ ਕੰਮ ਕਰਨੇ ਹੋਰ ਵੀ ਮੁਸ਼ਕਿਲ ਕੀਤੇ ਸਾਡੇ ਵੱਲੋਂ ਬਹੁਤ ਸਾਰੀ CCTV ਫੁਟੇਜ ਜਿਹੜੀ ਉਹ ਖੰਗਾਲੀ ਜਾ ਰਹੀ ਹੈ। CCTV ਫੁਟੇਜ ਵਿੱਚ ਕੁਝ ਸਾਨੂੰ ਇਹੋ ਜਿਹੇ ਪਹਿਲੂ ਨਜ਼ਰ 'ਚ ਆਏ ਜਿਨ੍ਹਾਂ 'ਤੇ ਹਜੇ ਤਹਿਕੀਕਾਤ ਦੀ ਲੋੜ ਹੈ, ਉਹ ਮੈਂ ਤੁਹਾਡੇ ਨਾਲ ਹਜੇ ਸਾਂਝੇ ਨਹੀਂ ਕਰ ਸਕਦਾ, ਬਟ ਇਹ ਹਜੇ ਕਾਰਵਾਈ ਸਾਡੀ ਚੱਲ ਰਹੀ ਹੈ। ਸਰ, ਸੰਗਤ ਨੂੰ ਕੋਈ ਜਿਹੜਾ ਵਿਅਕਤੀ ਸੀ ਉਸਨੇ ਇੱਥੇ ਆ ਕੇ ਫਟਾਇਆ ਚੀਜ਼ ਨੂੰ, ਕਿਉਂਕਿ ਜਿਹੜੀ ਚੀਜ਼ ਹੈ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਉੱਪਰੋਂ ਫੁੱਟੀ ਗਈ ਸੀ, ਤਾਂ ਕੋਈ ਵਿਅਕਤੀ ਸੀ ਜਿਸਨੇ ਆ ਕੇ ਇਹ ਹਜੇ ਤੱਕ ਕੰਜੈਕਚਰ ਹੈਗੇ। ਇਸ ਸੰਬੰਧੀ ਕੋਈ ਵੀ ਸਪਸ਼ਟ ਗੱਲ ਕਰਨੀ ਸੰਭਾਵਿਤ ਨਹੀਂ ਹੋਏਗੀ। ਇਹ ਸਾਡਾ ਤਹਿਕੀਕਾਤ ਹੈ। ਇਹ ਜਿਵੇਂ ਹੀ ਕੋਈ ਗੱਲ, ਜਿਵੇਂ ਮੈਂ ਤੁਹਾਡੇ ਨਾਲ ਹੁਣ ਮੁਖਾਤਬ ਹੋਇਆ ਤੇ ਮਾਨਯੋਗ DG ਸਾਹਿਬ ਵੀ ਤੁਹਾਨੂੰ ਮੁਖਾਤਬ ਹੋ ਕੇ ਗਏ ਆ, ਜਿਵੇਂ ਸਾਡੇ ਕੋਲ ਕੋਈ ਸੂਚਨਾ ਆਏਗੀ ਅਸੀਂ ਤੁਹਾਡੇ ਧਿਆਨ 'ਚ ਲਿਆਂਦੇ ਰਵਾਂਗੇ। ਮੈਂ ਸਾਰੀ ਸੰਗਤ ਨੂੰ ਦੱਸਣਾ ਚਾਹੂੰਗਾ ਕਿ ਤੁਹਾਡੀ ਪੰਜਾਬ ਪੁਲਿਸ ਤੁਹਾਡੀ ਚੌਕਸੀ ਵਾਸਤੇ, ਤੁਹਾਡੀ ਸੁਰੱਖਿਆ ਵਾਸਤੇ ਪੂਰੀ ਤਰ੍ਹਾਂ ਮੁਸਤੈਦ ਹੈ। ਇਹ ਕਿਸੇ ਮਾੜੇ ਬੰਦੇ ਨੇ ਇਸ ਪਾਵਨ ਇਲਾਕੇ ਦਾ ਇਹਦਾ ਫਾਇਦਾ ਚੱਕ ਕੇ ਇੱਥੇ ਇਸ ਤਰੀਕੇ ਦੀ ਜਿਹੜੀ ਘਟਨਾ ਕੀਤੀ ਹੈ, ਇਹ ਬਹੁਤ ਮਾੜੀ ਗੱਲ ਹੈ, ਤੇ ਅਸੀਂ ਜਲਦੀ ਤਫਤੀਸ਼ ਨੂੰ ਮੁਕੰਮਲ ਕਰਕੇ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕਰਾਂਗੇ ਤੇ ਇਹੋ ਜਿਹੀ ਅਸੀਂ ਘਟਨਾ ਅੱਗੇ ਹੋਣ ਤੋਂ ਰੋਕਾਂਗੇ। ਸਰ, ਇੱਕ ਰੱਸੀ ਦਾ ਵੀ ਇਸਤੇਮਾਲ ਹੋਇਆ ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਕਿ ਉੱਪਰੋਂ ਕੋਈ ਬੰਦਾ ਆਇਆ ਸੀ, ਇਸ ਤਰ੍ਹਾਂ ਦੀ ਵੀ ਗੱਲ ਸਾਹਮਣੇ ਆ ਰਹੀ ਸਰ। ਬਹੁਤ ਸਾਰੀਆਂ ਗੱਲਾਂ ਜੀ, ਪਰ ਇਹ ਤਫਤੀਸ਼ ਦੇ ਪਹਿਲੂ ਹੈਗੇ। ਤੇ ਸਰ, ਜਿਹੜੀ ਫੋਰੈਂਸਿਕ ਦੀ ਟੀਮ ਆਈ ਸੀ ਉਹਨੇ ਕੀ ਦੱਸਿਆ ਕਿ ਜਿਹੜਾ ਇਹ ਫੋਰੈਂਸਿਕ ਨੇ ਹਜੇ ਤੱਕ ਆਪਣਾ ਕੋਈ ਫਾਈਨਲ ਨਤੀਜਾ ਨਹੀਂ ਦਿੱਤਾ ਹੈਗਾ, ਲੇਕਿਨ ਫੋਰੈਂਸਿਕ ਟੀਮ ਨੇ ਜੋ ਮੁੱਢਲੀ ਤੌਰ ਤੇ ਸਾਨੂੰ ਸੂਚਿਤ ਕੀਤਾ ਹੈਗਾ, ਉਹ ਇਹ ਦੱਸਿਆ ਹੈਗਾ ਕਿ ਇਹ ਲੋ ਇੰਟੈਂਸਿਟੀ ਐਕਸਪਲੋਸਿਵ ਯੂਜ਼ ਹੋਇਆ। ਸਰ, ਦੋਵਾਂ ਧਮਾਕਿਆਂ 'ਚ ਕੋਲ ਕਿੰਨੇ ਜ਼ਖਮੀ ਹੋਏ?
ਸਾਡੇ ਹਿਸਾਬ ਨਾਲ 2 ਜਾਂ 3 ਹੈਗੇ, ਲੇਕਿਨ ਕੁਝ ਮੀਡੀਆ ਰਿਪੋਰਟ ਜ਼ਿਆਦਾ ਦੱਸ ਰਹੀਆਂ, ਅਸੀਂ ਇਸ ਗੱਲ ਨੂੰ ਵੈਰੀਫਾਈ ਕਰ ਰਹੇ ਹਾਂ। ਲੇਕਿਨ ਕੋਈ ਵੀ ਸੀਰੀਅਸ ਇੰਜਰੀ ਨਹੀਂ ਪਹਿਲੀ ਸਟੇਟਮੈਂਟ ਆਈ ਸੀ ਕਿ ਚਿਮਨੀ ਤੋਂ ਹੋਇਆ ਹੈ। ਨਹੀਂ, ਇਹ ਕੋਈ ਇੱਕ ਕਿਸੇ ਤਰੀਕੇ ਦਾ ਰਿਊਮਰ ਜਾਂ ਗਲਤਫਹਿਮੀ ਜਿਹੜੀ ਹੈ ਇਹ ਫੈਲ ਗਈ ਹੈਗੀ ਹੈ। ਇੱਕ ਮੁੱਢਲੀ ਤੌਰ ਤੇ ਗੱਲ ਇਹ ਚੱਲੀ ਸੀ ਕਿ ਸ਼ਾਇਦ ਉਸ ਰਾਤ ਕਿਉਂਕਿ ਬਹੁਤ ਜ਼ੋਰ ਦੀ ਤੂਫਾਨ ਆਇਆ ਸੀਗਾ ਤੇ ਇੱਕਦਮ ਟੈਂਪਰੇਚਰ ਡ੍ਰੌਪ ਹੋਇਆ ਸੀ ਕਿ ਕਿਤੇ ਪ੍ਰੈਸ਼ਰ ਡ੍ਰੌਪ ਹੋਣ ਕਰਕੇ ਸ਼ੀਸ਼ੇ ਤਾਂ, ਕਿਉਂਕਿ ਪਹਿਲੀ ਰਾਤ ਇਹ ਖਬਰ ਨਹੀਂ ਹੋਈ ਸੀਗੀ ਕਿ ਉਸ ਵੇਲੇ ਬਲਾਸਟ ਹੋਇਆ ਜਾਂ ਕੋਈ ਇਸ ਤਰੀਕੇ ਦਾ ਧਮਾਕਾ ਹੋਇਆ ਹੈ। ਸੋ ਇਹ ਕੋਈ ਇੱਕ ਅਫਵਾਹ ਜਾਂ ਕੋਈ ਗਲਤਫਹਿਮੀ ਲੋਕਾਂ 'ਚ ਫੈਲ ਗਈ ਹੈਗੀ ਹੈ, ਲੇਕਿਨ ਇਸ ਸੰਬੰਧੀ ਮੈਂ ਪਹਿਲਾਂ ਹੀ ਸਪਸ਼ਟ ਕਰ ਚੁੱਕਾ। ਦੋਨੋਂ ਸੇਮ ਨੇ ਤੁਹਾਡੇ ਮੁਤਾਬਕ? ਪਟਾਸ਼ ਇਸ ਨੂੰ ਕਿਹਾ ਜਾ ਇਹ ਮੇਰੇ ਵਾਸਤੇ ਇਸ ਵੇਲੇ ਕਹਿਣਾ ਪੋਸੀਬਲ ਨਹੀਂ ਹੈ। ਹਾਂ, ਕਾਫੀ ਸਿਮਿਲਰ ਹੈਗੇ ਜੀ। ਸੋ ਥੈਂਕ ਯੂ ਵੈਰੀ ਮੱਚ। ਮੈਂ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਕਰਦਾ ਹਾਂ ਜੀ। ਸਾਡੀ ਆਵਾਜ਼ ਪਬਲਿਕ ਤੱਕ ਲੈ ਕੇ ਜਾਓ। ਜਿਵੇਂ ਮਾਨਯੋਗ ਡੀਜੀ ਸਾਹਿਬ ਨੇ ਸਾਨੂੰ ਸੂਚਿਤ ਕੀਤਾ ਹੈਗਾ, ਪੰਜਾਬ ਪੁਲਿਸ ਪੂਰੀ ਤਰ੍ਹਾਂ ਸક્ષਮ ਹੈ, ਪੂਰੀ ਤਰ੍ਹਾਂ ਇਸ ਕੰਮ ਤੇ ਜੁਟੀ ਹੋਈ ਹੈ। ਪੂਰਾ ਲਾਅ ਐਂਡ ਆਰਡਰ ਜਿਹੜਾ ਹੈਗਾ ਕੰਟਰੋਲ 'ਚ ਹੈ ਤੇ ਸਾਨੂੰ ਯਕੀਨ ਹੈ ਕਿ ਬਹੁਤ ਜਲਦੀ ਅਸੀਂ ਇਸ ਕੇਸ ਨੂੰ ਟਰੇਸ ਕਰਕੇ ਅਸੀਂ ਲੋਕਾਂ ਨੂੰ ਗ੍ਰਿਫਤਾਰ ਕਰਾਂਗੇ। ਇਸੀ ਬਿਲਗਾ ਨਿਊਜ਼ ਆਨਲਾਈਨ ਚੈਨਲ, ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।